इस वक्त सब तो दहशत का दूसरा नाम बन चुका लंडा हरीके विच वी वर नॉट एक्सपैक्टिंग। ਆਪਾਂ ਵੀ ਲਾਸਟ ਜਦੋਂ ਰਿਪੋर्ट ਬਣਾਈ ਹੈ ਸਾਨੂੰ ਵੀ ਨਹੀਂ ਆਈਡੀਆ ਸੀ, ਅੰਦਾਜ਼ਾ ਇਹ ਸੀ ਵੀ ਲੰਡਾ ਹਰੀਕੇ ਮੰਨ ਲੇਗਾ, ਲੇਕਿਨ ਹੁਣ ਤਾਂ ਪੁਲਿਸ ਨੇ ਪੂਰਾ ਦਾ ਪੂਰਾ ਜਿਹੜਾ ਹਮਲਾ ਹੈ ਉਹ ਲੰਡੇ ਹਰੀਕੇ ਤੇ ਉਸਦੇ ਜਿਹੜੇ 6 ਗੈਂਗਸਟਰ ਫੜੇ ਨੇ ਉਹਨਾਂ ਦੇ ਉੱਤੇ ਪਾਇਆ ਵੀ ਹੈ ਤੇ ਹੈ ਵੀ ਫੈਕਟ ਕਿ ਉਸੇ ਨੇ ਕਰਵਾਇਆ ਹੋਣਾ। ਹੋਰ ਤਰਨਤਾਰਨ ਦੇ ਵਿੱਚ ਰਾਕਟ ਲਾਂਚਰ ਕਿਹਨੇ ਚਲਵਾਣੇ ਸੀ? ਬੜੀ ਹੈਰਾਨੀ ਦੀ ਗੱਲ ਹੈ ਕਿ ਉਹ ਬੱਚੇ ਜਿਨ੍ਹਾਂ ਨੂੰ ਚੰਗੀ ਤਰ੍ਹਾਂ ਪਤਾ ਹੀ ਨਹੀਂ, ਇੰਪਲੀਕੇਸ਼ਨ ਨਹੀਂ ਪਤਾ ਵੀ ਕੀ ਕਰਨ ਜਾ ਰਹੇ ਨੇ, ਕੀ ਉਹਨਾਂ ਤੋਂ ਕਰਵਾਇਆ ਜਾ ਰਿਹਾ ਹੈ, ਥਾਣੇ ਤੇ ਉਹਨਾਂ ਤੋਂ ਰਾਕਟ ਲਾਂਚਰ ਚਲਵਾਤੇ ਗਏ ਤੇ ਹੁਣ ਉਹ ਫੜ ਲਏ ਗਏ ਨੇ। ਹੁਣ ਤੁਸੀਂ ਇਹ ਦੇਖੋ ਵੀ ਲੰਡੇ ਹਰੀਕੇ ਦੇ ਟਾਰਗੇਟ ਉੱਤੇ ਪੁਲਿਸ ਦੇ ਅਫਸਰ ਨੇ, ਉਸਦੇ ਟਾਰਗੇਟ ਉੱਤੇ ਥਾਣੇ ਕਿਉਂ ਨੇ? ਪੰਜਾਬ ਪੁਲਿਸ ਨੇ ਤਰਨਤਾਰਨ ਟੈਰਰ ਮੋਡਿਊਲ ਨੂੰ ਬਸਟ ਕਰ ਲਿਆ ਗਿਆ, ਉਹਦੇ ਗ੍ਰਿਫਤਾਰੀਆਂ ਵੀ ਕਰ ਲਈਆਂ ਨੇ। ਪਰ ਇੱਕ ਵੱਡਾ ਸਵਾਲ ਜੋ ਗ੍ਰਿਫਤਾਰੀਆਂ ਤੋਂ ਬਾਅਦ ਪੰਜਾਬ ਅੱਗੇ ਖੜਾ ਹੋ ਗਿਆ, ਪੰਜਾਬ ਸਰਕਾਰ ਅੱਗੇ ਵੀ, ਪੰਜਾਬ ਪੁਲਿਸ ਦੇ ਅੱਗੇ ਵੀ ਜਿੰਨੇ ਵੀ ਅਕਿਊਜ਼ਡ ਫੜੇ ਗਏ ਨੇ ਉਹਨਾਂ ਚ 2 ਤਾਂ ਜੁਵੇਨਾਈਲ ਨੇ, 18 ਸਾਲ ਦੇ ਉਹਨਾਂ ਦੀ ਉਮਰ ਘੱਟ ਹੈ, ਤੇ ਜਿਹੜੇ ਬਾਕੀ ਫੜੇ ਗਏ ਨੇ ਉਹ 18 ਸਾਲ ਦੇ, 20 ਸਾਲ ਦੇ, 21 ਸਾਲ ਦੇ ਨੌਜਵਾਨ ਮੁੰਡੇ ਨੇ ਜੋ ਕਿ ਜੁਰਮ ਦੀ ਦੁਨੀਆ 'ਚ ਕਹਿ ਲਓ ਜਾਂ ਕ੍ਰਾਈਮ ਦੀ ਦੁਨੀਆ 'ਚ ਪਹੁੰਚ ਗਏ ਨੇ ਤੇ ਇੰਟਰਨੈਸ਼ਨਲ ਬੇਸਡ ਹੈਂਡਲਰਸ ਨਾਲ ਉਹ ਟੱਚ 'ਚ ਨੇ। ਇੱਕ ਉਦਾਹਰਨ ਜਿਹੜੇ ਅਕਿਊਜ਼ ਦੀ ਹੈਗੀ ਆ, ਉਹ ਥੋੜੇ ਦਿਨ ਪਹਿਲਾਂ ਹੀ ਬਾਲਕ ਹੁੰਦਾ, ਉਸ ਤੋਂ ਬਾਅਦ ਇੰਟਰਨੈਸ਼ਨਲ ਹੈਂਡਲਰਸ ਦੇ ਹੱਥ ਵਿੱਚ ਆਉਂਦਾ ਤੇ ਉਸ ਤੋਂ ਬਾਅਦ ਉਹ ਇੰਨੀ ਵੱਡੀ ਵਾਰਦਾਤ ਨੂੰ ਅੰਜਾਮ ਦੇ ਦਿੰਦਾ। ਅੱਜ ਇਸ ਪ੍ਰੋਗਰਾਮ 'ਚ ਇਸ ਮੁੱਦੇ ਉੱਤੇ ਗੱਲਬਾਤ ਕਰਾਂਗੇ। ਮੈਂ ਹਾਂ ਸ਼ੁਭਕਰਮਨ ਸਿੰਘ ਢਾਲੀਵਾਲ, ਮੇਰੇ ਨਾਲ ਰਿਤੇਸ਼ ਲੱਖੀ ਜੀ। ਰਿਤੇਸ਼ ਜੀ, ਬਹੁਤ ਬਹੁਤ ਸਵਾਗਤ ਹੈ ਇਸ ਪ੍ਰੋਗਰਾਮ ਤੇ। ਬਹੁਤ ਬਹੁਤ ਧੰਨਵਾਦ ਸ਼ੁਭਕਰਮਨ। ਤੇ ਜੀ ਹਾਲਾਂਕਿ ਤਰਨਤਾਰਨ ਮੋਡਿਊਲ ਜਿਹੜਾ ਹੈ ਕਿਹਾ ਜਾ ਰਿਹਾ ਕੇਸ ਕਰੈਕ ਕਰ ਲਿਆ ਗਿਆ ਹੈ, ਅਕਿਊਜ਼ ਵੀ ਫੜੇ ਗਏ ਨੇ, ਪਰ ਸਭ ਤੋਂ ਵੱਡੀ ਚਿੰਤਾ ਦੀ ਗੱਲ ਜੋ ਆਈ ਹੈ ਸਾਹਮਣੇ, ਸਾਰੇ ਹੀ ਜਿਹੜੇ ਮੁੰਡੇ ਨੇ ਬਹੁਤ ਜ਼ਿਆਦਾ ਯੰਗ ਨੇ, ਨੌਜਵਾਨ ਨੇਗੇ, 18 ਸਾਲ ਦੇ, 21 ਸਾਲਾਂ ਦੇ, 20 ਸਾਲਾਂ ਦੇ ਮੁੰਡੇ ਨੇ, ਕਈ ਤਾਂ ਹੁਣੀ ਅਡਲਟਹੁੱਡ 'ਚ ਆਏ ਨੇਗੇ। ਤਾਂ ਇਹ ਬਹੁਤ ਚਿੰਤਾ ਦਾ ਵਿਸ਼ਾ ਨਹੀਂ ਹੈ ਪੰਜਾਬ ਸਰਕਾਰ ਵਾਸਤੇ, ਪੰਜਾਬ ਪੁਲਿਸ ਵਾਸਤੇ ਵੀ, ਕਿਵੇਂ ਉਹ ਇੰਟਰਨੈਸ਼ਨਲ ਹੈਂਡਲਰਸ ਦੇ ਹੱਥੇ ਖੇਡੇ ਜਾ ਰਹੇ ਨੇ, ਵਰਤੇ ਜਾ ਰਹੇ ਨੇ? ਬਿਲਕੁਲ ਸ਼ੁਭਕਰਮਨ, ਤੁਸੀਂ ਠੀਕ ਕਿਹਾ ਕਿ ਇਹ ਇੱਕ ਬਹੁਤ ਹੀ ਚਿੰਤਾਜਨਕ ਟ੍ਰੈਂਡ ਹੈ ਤੇ ਯੁਵਾਵਾਂ ਦਾ ਤਾਂ ਗੈਂਗਸਟਰਾਂ ਦੇ ਜਾਂ ਗੈਂਗਸ ਦੇ ਨਾਲ ਮਿਲਣਾ ਕੋਈ ਨਵੀਂ ਗੱਲ ਨਹੀਂ ਸੀ, ਲੇਕਿਨ ਜੁਵੇਨਾਈਲਸ ਦਾ, ਬੱਚਿਆਂ ਦਾ, ਅਲੜ ਉਮਰ ਦੇ ਟੀਨੇਜਰਸ ਨੂੰ ਜਿਸ ਤਰੀਕੇ ਦੇ ਨਾਲ ਆਪਣੇ ਰੈਂਕ ਐਂਡ ਫਾਈਲ ਦੇ ਵਿੱਚ, ਕਾਡਰ ਦੇ ਵਿੱਚ ਇਹਨੇ ਲੰਡੇ ਹਰੀਕੇ ਨੇ ਜੁਆਇਨ ਕਰਵਾ ਲਿਆ ਹੈ, ਇਹ ਕੋਈ ਛੋਟੀ ਡਿਵੈਲਪਮੈਂਟ ਨਹੀਂ ਹੈ। ਅੱਜ ਤੋਂ 6 ਮਹੀਨੇ ਪਹਿਲਾਂ ਵੀ ਮੋਹਾਲੀ ਜਿਹੜਾ ਇੰਟੈਲੀਜੈਂਸ ਹੈਡਕੁਆਰਟਰ ਤੇ ਹਮਲਾ ਹੋਇਆ ਸੀ, ਉਸ ਦੇ ਵਿੱਚ ਵੀ ਰਾਕਟ ਲਾਂਚਰ ਨੂੰ ਚਲਾਉਣ ਵਾਲੇ ਜਿਹੜੇ 2 ਮੁੰਡੇ ਸੀ ਉਹਨਾਂ ਚੋਂ ਇੱਕ ਜੁਵੇਨਾਈਲ ਸੀ, ਯਾਨੀ ਕਿ ਉਹ ਬੱਚਾ ਸੀ, ਉਹ ਅਡਲਟ ਨਹੀਂ ਸੀ। ਤੇ ਇਸ ਕੇਸ ਦੇ ਵਿੱਚ ਤਾਂ ਦੋਵੇਂ ਜਿਹੜੇ ਮੇਨ ਮੁਲਜ਼ਮ ਹੈਗੇ ਨੇ ਜਾਂ ਮੁਜਰਮ ਵੀ ਬਾਅਦ ਸਾਬਤ ਹੋ ਸਕਦੇ ਨੇ, ਜਿਨ੍ਹਾਂ ਨੇ ਰਾਕਟ ਲਾਂਚਰ ਆਪਣੇ ਹੱਥਾਂ ਨਾਲ ਚਲਾਏ ਜਾਂ ਚਲਾਣੇ ਸੀ, ਇਹਨਾਂ ਚੋਂ ਇੱਕ ਨੇ ਚਲਾਏ, ਇੱਕ ਨੇ, ਦੋਵਾਂ ਨੂੰ ਦੱਸਿਆ ਗਿਆ ਕਿ ਟ੍ਰੇਨ ਕੀਤਾ ਗਿਆ ਸੀਗਾ, ਵੀਡੀਓਜ਼ ਦਿਖਾਏ ਗਏ ਸੀ ਵੀ ਐਵੇਂ ਰਾਕਟ ਲਾਂਚਰ ਚਲਾਈਦਾ, ਆਰਪੀਜੀ ਰਸ਼ੀਅਨ ਮੇਕ ਦਾ ਸੀ। ਸੋ ਬੜੀ ਹੈਰਾਨੀ ਦੀ ਗੱਲ ਹੈ ਕਿ ਉਹ ਬੱਚੇ ਜਿਨ੍ਹਾਂ ਨੂੰ ਚੰਗੀ ਤਰ੍ਹਾਂ ਪਤਾ ਹੀ ਨਹੀਂ, ਇੰਪਲੀਕੇਸ਼ਨ ਨਹੀਂ ਪਤਾ ਵੀ ਕੀ ਕਰਨ ਜਾ ਰਹੇ ਨੇ, ਕੀ ਉਹਨਾਂ ਤੋਂ ਕਰਵਾਇਆ ਜਾ ਰਿਹਾ ਹੈ, ਥਾਣੇ ਤੇ ਉਹਨਾਂ ਤੋਂ ਰਾਕਟ ਲਾਂਚਰ ਚਲਵਾਤੇ ਗਏ ਤੇ ਹੁਣ ਉਹ ਫੜ ਲਏ ਗਏ ਨੇ। ਹੁਣ ਸ਼ਾਇਦ ਇਹਨਾਂ ਦਾ ਮੋਡਸ ਆਪਰੈਂਡੀ ਹੋਵੇ ਕਿਉਂਕਿ ਤੁਸੀਂ ਜੁਵੇਨਾਈਲ ਨੂੰ ਅੱਗੇ ਕਰ ਦੋ ਤੇ ਜਦੋਂ ਉਹਦੇ ਖਿਲਾਫ ਮੁਕੱਦਮਾ ਚੱਲੇਗਾ ਤਾਂ ਅਦਾਲਤਾਂ ਨੂੰ ਸੌਫਟ ਰਹਿਣਾ ਪਏਗਾ ਕਾਨੂੰਨ, ਕਿਉਂਕਿ ਜੁਵੇਨਾਈਲ ਨੂੰ ਉਸ ਤਰੀਕੇ ਦੇ ਨਾਲ ਤੁਸੀਂ ਉੱਤੇ ਇੰਟਰੋਗੇਸ਼ਨ ਨਹੀਂ ਕਰ ਸਕਦੇ, ਪੁੱਛਗਿੱਛ ਨਹੀਂ ਕਰ ਸਕਦੇ, ਉਹਦੇ ਨਾਲ ਮਾਰ ਕੁੱਟ ਨਹੀਂ ਕਿਸੇ ਤਰੀਕੇ ਦੀ, ਵੈਸੇ ਤਾਂ ਕਿਸੇ ਨਾਲ ਵੀ ਨਹੀਂ ਹੋ ਸਕਦੀ, ਲੇਕਿਨ ਸਖਤੀ ਨਹੀਂ ਪੁਲਿਸ ਕਰ ਸਕਦੀ। ਸੋ ਰਿਮਾਂਡ ਵਗੈਰਾ ਨਹੀਂ ਲਿਆ ਜਾ ਸਕਦਾ। ਜੁਵੇਨਾਈਲ ਜਿਹੜਾ ਬੋਰਡ ਹੁੰਦਾ ਹੈ ਉਹਦੇ ਸਾਹਮਣੇ ਇਹਨਾਂ ਦੀ ਪੇਸ਼ੀ ਹੁੰਦੀ ਹੈ, ਇਹਨਾਂ ਨੂੰ ਅਲੱਗ ਹਾਊਸ ਦੇ ਵਿੱਚ ਰੱਖਿਆ ਜਾਂਦਾ ਹੈ। ਸੋ ਬਥੇਰੀਆਂ ਲਿਮਿਟੇਸ਼ਨ ਹੋ ਜਾਂਦੀਆਂ ਨੇ। ਸੋ ਸ਼ਾਇਦ ਇਹੀ ਮੋਡਸ ਆਪਰੈਂਡੀ ਹੈ, ਤਾਂ ਹੀ ਕਰਕੇ ਇਹ ਅਲੜ ਉਮਰ ਦੇ ਜਿਹੜੇ ਮੁੰਡਿਆਂ ਨੂੰ ਲੈ ਰਹੇ ਨੇ ਆਪਣੀ ਇਲੀਗਲ ਵਾਰਦਾਤਾਂ ਕਰਵਾਉਣ ਲਈ। ਜੀ ਰਿਤੇਸ਼ ਜੀ, ਜਿਵੇਂ ਪਹਿਲਾਂ ਵੀ ਆਪਾਂ ਲਗਾਤਾਰ ਗੱਲ ਕਰਦੇ ਆਏ ਹਾਂ ਆਪਣੇ ਹੋਰ ਵੀ ਪ੍ਰੋਗਰਾਮ ਸੈਗਮੈਂਟਸ ਦੇ ਅੰਦਰ, ਕਿ ਇਸ ਦੇ ਉੱਤੇ ਕੰਮ ਹੀ ਨਹੀਂ ਹੋ ਰਿਹਾ, ਕਿ ਇਹ ਹੁਣ ਹਾਈ ਟਾਈਮ ਹੈ ਵੀ ਇਸ ਦੇ ਉੱਤੇ ਕੋਈ ਕੰਮ ਕੀਤਾ ਜਾਵੇ। ਜੇ ਸਰਕਾਰ ਨਹੀਂ ਕਰ ਰਹੀ ਤਾਂ ਪੁਲਿਸ ਨੂੰ ਤਾਂ ਐਟਲੀਸਟ ਕੋਈ ਯਤਨ ਕਰਨਾ ਚਾਹੀਦਾ, ਕੋਈ ਉਪਰਾਲਾ ਕਰਨਾ ਚਾਹੀਦਾ ਜਿਸ ਨਾਲ ਜਿਹੜੇ ਯੂਥ ਵਿੱਚ એનર્ਜੀ ਹੈ ਉਹ ਉਹਨਾਂ ਨੂੰ ਅਵੇਅਰ ਕੀਤਾ ਜਾਵੇ ਵੀ ਤੁਹਾਨੂੰ ਕੋਈ ਵੀ ਯੂਜ਼ ਕਰ ਸਕਦਾ, ਇੰਨੀ ਵੱਡੀਆਂ ਕਾਰਵਾਈਆਂ ਹੋ ਸਕਦੀਆਂ ਨੇ। ਤੇ ਹੁਣ ਇਹ ਜਿਹੜੇ ਨੌਜਵਾਨ ਮੁੰਡੇ ਨੇ ਜੇਲ੍ਹ 'ਚ ਰਹਿਣਗੇ, ਜੇਲ੍ਹ ਸੁਧਾਰ ਘਰ ਤਾਂ ਰਹੇ ਨਹੀਂ, ਉਸ ਤੋਂ ਬਾਅਦ ਹੋਰ ਵੀ ਜ਼ਿਆਦਾ ਇਹਨਾਂ ਦੇ ਵਿਗੜਨ ਦੇ ਜਾਂ ਇਹਨਾਂ ਗੈਂਗਸ 'ਚ ਇਨਵੋਲਵ ਹੋਣ ਦੇ ਜਿਹੜੇ ਹੈਗੇ ਆ ਉਹ ਹੋਣਗੇ। ਤੁਸੀਂ ਜਿਹੜੀ ਗੱਲ ਕਰ ਰਹੇ ਹੋ ਠੀਕ ਕਰ ਰਹੇ ਹੋ। ਤੇ ਪੰਜਾਬ ਦੇ ਜਿਹੜੇ ਪੁਲਿਸ ਮੁਖੀ ਨੇ ਡੀਜੀਪੀ ਗੌਰਵ ਯਾਦਵ, ਤੁਸੀਂ ਉਹਨਾਂ ਦੀ ਜੇ ਤੁਸੀਂ ਪ੍ਰੈਸ ਕਾਨਫਰੰਸ ਸੁਣੋਗੇ ਤਾਂ ਉਸ ਦੇ ਵਿੱਚ ਉਹਨਾਂ ਨੇ ਇਹੀ ਗੱਲ ਕਹੀ ਹੈ ਵੀ ਮੈਂ ਯੂਥ ਨੂੰ ਕਹਿਣਾ ਹੈ। ਉਹਨਾਂ ਨੇ ਵੀ ਬੇਸਿਕਲੀ ਦੇਖੋ ਅਜਿਹੇ ਟੀਨੇਜਰਸ ਦਾ ਇਸ ਤਰੀਕੇ ਦੀ, ਇਹ ਬੇਸਿਕਲੀ ਅੱਤਵਾਦੀ ਵਾਰਦਾਤ ਹੈ, ਇਹ ਦਹਿਸ਼ਤਗਰਦੀ ਦੀ ਵਾਰਦਾਤ ਹੈ, ਇਹ ਕੋਈ ਛੋਟੀ ਵਾਰਦਾਤ ਨਹੀਂ ਹੈ। ਰਾਕਟ ਲਾਂਚਰ ਦੇ ਨਾਲ ਕਿਸੇ ਪੁਲਿਸ ਸਟੇਸ਼ਨ ਉੱਤੇ ਹਮਲੇ ਕਰਨ ਦਾ ਮਾਮਲਾ UAP ਦਾ ਮੁਕੱਦਮਾ ਹੈ। ਹੁਣ ਇਹ ਬੱਚਿਆਂ ਨੂੰ, ਮੁੰਡਿਆਂ ਨੂੰ, ਚਲੋ ਬੱਚਿਆਂ ਦਾ ਤਾਂ ਨਹੀਂ ਪਤਾ, ਲੇਕਿਨ ਜਿਹੜੇ ਉਹਨਾਂ ਦੇ ਨਾਲ ਹੋਰ 4 ਬੰਦੇ ਫੜੇ ਗਏ ਹੈਗੇ ਨੇ, ਉਹਨਾਂ ਦੀਆਂ ਬੇਲਾਂ ਨਹੀਂ ਹੋਣੀਆਂ ਕਈ ਸਾਲ ਉਹਨਾਂ ਨੂੰ। ਤੇ ਇਹ ਐਕਸਪਲੋਸਿਵ, ਉਹਨਾਂ ਕੋਲ ਹੋਰ ਵੀ ਹਥਿਆਰ ਮਿਲੇ ਨੇ, ਐਕਸਪਲੋਸਿਵ ਵਰਤਨ ਦੀ ਗੱਲ ਉਹਨਾਂ ਨੇ ਖੁਦ ਕਬੂਲ ਲਈ ਹੈ। ਸੋ ਇਹ ਤਾਂ ਉਹਨਾਂ ਦੀ ਜ਼ਿੰਦਗੀਆਂ ਖਰਾਬ ਕਰਨ ਵਾਲਾ ਕੰਮ ਹੈ। ਈਵਨ ਜਿਹੜੇ ਬੱਚੇ ਨਹੀਂ ਮਤਲਬ ਐਡਲਟਸ ਵੀ ਹੈਗੇ ਨੇ,
ਸੋ ਪੰਜਾਬ ਦੇ ਡੀਜੀਪੀ ਨੇ ਜਿਹੜੀ ਤੁਸੀਂ ਗੱਲ ਕਹੀ ਉਹ ਕਹਿਣ ਦੀ ਕੋਸ਼ਿਸ਼ ਕੀਤੀ ਹੈ, ਸੁਨੇਹਾ ਉਹਨਾਂ ਨੇ ਭੇਜਿਆ, ਉਹ ਕਹਿੰਦੇ ਕਿ ਮੈਂ ਯੁਵਾਵਾਂ ਨੂੰ, ਯੂਥ ਨੂੰ ਅਪੀਲ ਕਰਦਾ ਕਿ ਗਲਤ ਪਾਸੇ ਨਾ ਜਾਓ, ਕ੍ਰਾਈਮ ਦੀ ਦੁਨੀਆ ਨੂੰ ਛੱਡੋ, ਗੈਂਗਸਟਰ ਦੀ ਦੁਨੀਆ ਨੂੰ ਛੱਡੋ। ਲੇਕਿਨ ਇਹ ਕਹਿਣ ਦੇ ਨਾਲ ਤਾਂ ਨਾ ਉਹਨਾਂ ਨੇ ਛੱਡ ਦੇਣੀਆਂ ਨੇ, ਤੇ ਨਾ ਹੀ ਤੁਸੀਂ, ਜਾਂ ਈਵਨ ਆਪਾਂ ਕਹਿ ਸਕਦੇ ਹਾਂ ਵੀ ਨਾ ਤਾਂ ਗੈਂਗਸਟਰ, ਨਾ ਅੰਡਰਵਰਲਡ, ਤੇ ਨਾ ਹੀ ਪੁਲਿਸ ਡਿਪਾਰਟਮੈਂਟ ਦੀ ਮੈਂ ਗੱਲ ਕਰ ਰਿਹਾ, ਇਹ ਦੋਵੇਂ ਨਹੀਂ ਇਹ ਯੁਵਾਵਾਂ ਨੂੰ ਛੱਡਣ ਦੇਣ ਜਾਣਾ ਚਾਹੁੰਦੇ। ਗੱਲਾਂ ਬਾਤਾਂ ਤਾਂ ਉੱਤੇ ਜੋ ਮਰਜ਼ੀ ਡੀਜੀ ਸਾਹਿਬ ਕਰ ਦੇਣ, ਇੱਕ ਸੁਨੇਹਾ ਦੇਣਾ ਚ ਕੋਈ ਔਖਾ ਕੰਮ ਨਹੀਂ। ਤੁਸੀਂ ਵੀ ਕਹਿ ਰਹੇ ਹੋ, ਮੈਂ ਵੀ ਕਹਿ ਦਿੰਦਾ ਇੱਥੇ ਬਹਿ ਕੇ ਵੀ ਯੁਵਾਵਾਂ ਨੂੰ ਕਹਿ ਦਿਓ, ਲੇਕਿਨ ਯੁਵਾ ਕਰਨ ਕੀ ਫਿਰ? ਡੀਜੀ ਸਾਹਿਬ ਇਹ ਵੀ ਕਹਿੰਦੇ ਹੋਏ ਸੁਣਾਈ ਦਿੱਤੇ ਨੇ ਕਿ ਜੀ ਕੰਪੀਟੀਟਿਵ ਐਗਜ਼ਾਮ ਦਿਓ ਤੁਸੀਂ। ਹੁਣ ਤੁਸੀਂ ਮੰਨੋਗੇ ਨਹੀਂ, ਪੰਜਾਬ ਪੁਲਿਸ ਦੀ ਜਿਹੜੀ ਭਰਤੀਆਂ ਲਈ ਜਿਹੜੇ ਇੰਸਪੈਕਟਰਾਂ, ਸਬ ਇੰਸਪੈਕਟਰਾਂ ਦੇ ਜਿਹੜੇ ਐਗਜ਼ਾਮ ਹੋਏ ਸੀ, ਉਹਨਾਂ ਨਤੀਜੇ ਤੱਕ ਨਹੀਂ, ਕਈ ਸਾਲੋਂ ਪੇਪਰ ਲਟਕ ਗਏ, ਪੇਪਰ ਲੀਕ ਹੋ ਗਏ। ਕਈ ਅਜਿਹੇ ਜਿਹੜੇ ਕੰਪੀਟੀਟਿਵ ਐਗਜ਼ਾਮ ਦੀ ਐਗਜ਼ਾਮੀਨੇਸ਼ਨ ਦੀ ਮੈਂ ਸਥਿਤੀ ਤੁਹਾਨੂੰ ਦੱਸ ਰਿਹਾ, ਜਿਹੜੇ ਬੱਚੇ ਪੜ੍ਹ ਲਿਖ ਰਹੇ ਨੇ, ਪੜ੍ਹ ਕੇ ਇਮਤਿਹਾਨਾਂ ਦੀ ਤਿਆਰੀ ਕਰਕੇ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰੀ ਬੈਠੇ ਨੇ, ਉਹਨਾਂ ਦੇ ਪੇਪਰ ਨਹੀਂ ਹੋ ਰਹੇ। ਜਿਨ੍ਹਾਂ ਦੇ ਪੇਪਰ ਹੋ ਗਏ ਰਿਜ਼ਲਟ ਨਹੀਂ ਆ ਰਹੇ, ਤੇ ਜੇ ਕੋਈ ਗਾਹੇ ਬਗਾਹੇ ਪੇਪਰ ਹੁੰਦਾ ਉਹ ਲੀਕ ਹੋ ਗਏ, ਠੀਕ ਹੈ ਨਾ, ਤੇ ਉਹ ਵਿਚਾਰੇ ਉਡੀਕ 'ਚ ਹੀ ਬੈਠੇ ਨੇ। ਇਹ ਤਾਂ ਮੈਂ ਉਹਨਾਂ ਲੋਕਾਂ ਦੀ ਗੱਲ ਕਰ ਰਿਹਾ ਜਿਹੜੇ ਮੇਨ ਸਟਰੀਮ ਦੇ ਵਿੱਚ ਹੈਗੇ ਨੇ, ਜਿਹੜੇ ਕੁਝ ਕਰਨ ਜੋਗੇ ਨੇ, ਜਿਹੜੇ ਕੰਪੀਟੀਟਿਵ ਐਗਜ਼ਾਮ ਦੇਣ ਜੋਗੇ ਨੇ। ਹੁਣ ਜਿਹੜੇ ਨਸ਼ੇ ਦੀ ਲੱਤ ਦੇ ਵਿੱਚ ਹੈਗੇ ਨੇ, ਰੁਜ਼ਗਾਰ ਉਹਨਾਂ ਕੋਲ ਹੈ ਨਹੀਂ, ਗਾਈਡ ਕੋਈ ਕਰਨ ਵਾਲਾ ਨਹੀਂ, ਆਸ-ਪਾਸ ਤੁਹਾਡੇ ਨਸ਼ਾ ਵਿਕਦਾ ਪਿਆ ਹੈ, ਪੁਲਿਸ ਨਸ਼ੇ ਵਿਕਵਾ ਰਹੀ ਹੈ। ਹੁਣ ਜਦੋਂ ਸਥਿਤੀ ਇਹੋ ਜਿਹੀ ਹੋਏ ਤਾਂ ਫਿਰ ਡੀਜੀਪੀ ਸਾਹਿਬ ਦਾ ਜਿਹੜਾ ਚੰਗਾ, ਉਹਨਾਂ ਦੇ ਚਲੋ ਨੇਕ ਨੀਅਤ ਦੇ ਨਾਲ ਗਿਆਨ ਵੰਡ ਰਹੇ ਨੇ, ਤੇ ਗਿਆਨ ਲੈਣ ਵਾਲਾ ਹੈ ਹੀ ਕੌਣ? ਤੇ ਤੁਹਾਡੇ ਸਾਹਮਣੇ ਸਥਿਤੀ ਹੈ। ਆਪਾਂ ਨੂੰ 6-7 ਮਹੀਨੇ ਤਾਂ ਹੋ ਗਏ ਸਿੱਧੂ ਮੂਸੇਵਾਲਾ ਦਾ ਕਤਲ ਤੋਂ ਬਾਅਦ। ਆਪਾਂ ਕਿ ਦੇਖੋ ਲੋਕਾਂ ਦੇ ਵਿੱਚ ਕਿੰਨੀ ਅਵੇਅਰਨੈਸ ਆਈ ਹੈ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ। ਗੈਂਗਸ ਤੇ ਗੈਂਗਸਟਰਾਂ ਦੇ ਪ੍ਰਤੀ ਲੋਕਾਂ ਨੂੰ ਇੱਕ ਹੁਣ ਗੈਂਗਸਟਰ ਦਾ ਨਾਮ ਪਤਾ ਹੈ, ਉਹਨਾਂ ਦੀ ਹਰਕਤਾਂ ਦੇ ਬਾਰੇ ਪਤਾ ਹੈ, ਉਹਨਾਂ ਦੀ ਕ੍ਰਿਮੀਨੈਲਿਟੀ ਬਾਰੇ ਪਤਾ ਹੈ, ਕੀ ਸਿੱਟੇ ਨੇ, ਕਿੰਨੇ ਗੰਭੀਰ, ਇੱਕ ਜਾਣਕਾਰੀ ਜਿਹੜੀ ਦਿੱਲੀ ਪੁਲਿਸ ਤੇ ਪੰਜਾਬ ਪੁਲਿਸ ਐਡੀ ਨਿਖਾਰ ਕੇ ਦੇ ਰਹੀ ਹੈ ਵੀ ਦੇਖੋ ਕਿਵੇਂ ਬੱਚਿਆਂ ਨੂੰ ਵਰਤਿਆ ਜਾ ਰਿਹਾ ਹੈ। ਲੇਕਿਨ ਡਿਸਪਾਈਟ ਦੈਟ ਅੱਜ ਆਪਾਂ ਬੈਠੇ ਹਾਂ ਤੇ 4 ਦਿਨ ਪਹਿਲਾਂ ਜਿਹੜਾ ਹਮਲਾ ਹੁੰਦਾ ਹੈ ਉਹਦੇ ਲਈ ਵੀ ਇਹਨਾਂ ਲੰਡੇ ਹਰੀਕੇ ਵਰਗਿਆਂ ਨੂੰ, ਜਾਂ ਜਿਹੜਾ ਸੱਤਾ ਨੌਸ਼ਹਿਰਾ ਸੀ, ਅਜਿਹੇ ਲੋਕਾਂ ਨੂੰ ਬੱਚੇ ਮਿਲ ਗਏ, ਨੌਜਵਾਨ ਮਿਲ ਗਏ। ਤਾਂ ਇਹਨਾਂ ਨੂੰ ਫੁੱਟ ਸੋਲਜਰਸ ਦੀ ਕੋਈ ਕਮੀ ਨਹੀਂ, ਕੁਝ ਹੋਰ ਕਰਨ ਦੀ ਲੋੜ ਹੈ। ਇਹ ਤਾਂ ਚੀਜ਼ਾਂ ਜ਼ਰੂਰੀ ਨੇ। ਤੁਸੀਂ ਗੱਲ ਕਹਿ ਰਹੇ ਲਾਰਜਰ ਇਸ਼ੂ ਦੀ ਗੱਲ ਕਰ ਰਹੇ ਹੋ, ਇਹ ਤਾਂ ਪੰਜਾਬ ਦੇ ਮੁੱਖ ਮੰਤਰੀ ਅਜਿਹੀਆਂ ਗੱਲਾਂ ਕਰਦੇ ਚੰਗੇ ਵੀ ਲੱਗਦੇ ਨੇ, ਤੇ ਉਹਨਾਂ ਨੂੰ ਇਸ ਬਾਰੇ ਕੁਝ ਕਰਨਾ ਵੀ ਚਾਹੀਦਾ ਹੈ। ਇਹ ਸਿਰਫ ਗੱਲਾਂ ਬਾਤਾਂ ਨਾਲ ਨਹੀਂ ਸਰਨਾ ਕਿ ਨੌਕਰੀਆਂ ਕਰੋ ਜੀ, ਨੌਕਰੀਆਂ ਕਿੱਥੋਂ ਕਰੀ, ਕਿੱਥੇ ਨੇ ਨੌਕਰੀਆਂ? ਕੰਪੀਟੀਟਿਵ ਐਗਜ਼ਾਮ ਦੋ, ਕਿਹੜੇ ਕੰਪੀਟੀਟਿਵ ਐਗਜ਼ਾਮ ਦਈਏ? ਜਿਹੜੇ ਪਹਿਲਾਂ ਕਰਵਾਏ ਨੇ ਉਹਦੇ ਨਤੀਜੇ ਨਹੀਂ ਆਏ, ਜੇ ਨਤੀਜੇ ਆ ਗਏ ਉਹ ਲੀਕ ਹੋ ਗਏ, ਜਿਹੜੇ ਲੀਕ ਹੋ ਗਏ ਉਹਦੀ ਤੁਸੀਂ ਇਨਕੁਆਇਰੀ ਨਹੀਂ ਕਰਵਾ ਰਹੇ ਹੋ। ਤੁਸੀਂ ਹਾਲਤ ਤਾਂ ਦੇਖੋ ਕੀ ਹੈ। ਸੋ ਠੀਕ ਹੈ, ਗੱਲਾਂ ਬਾਤਾਂ ਦੇ ਵਿੱਚ ਜੋ ਗੱਲ ਕਹਿ ਰਹੇ ਨੇ ਉਹਦੀ ਸਪਿਰਿਟ ਮਾੜੀ ਨਹੀਂ ਹੈ। ਲੈਟਸ ਅੰਡਰਸਟੈਂਡ ਦੈਟ, ਕਿਉਂਕਿ ਇਹ ਇਸ ਵਕਤ ਸਾਡੇ ਪੰਜਾਬ ਦੀ ਲੋੜ ਹੈ, ਸਾਡੇ ਯੁਵਾਵਾਂ ਨੂੰ ਸਹੀ ਪਾਸੇ ਤੋਰਨ ਦੀ ਲੋੜ ਹੈ, ਤੇ ਖਾਸ ਕਰਕੇ ਜਿਹੜੇ ਵਲਨਰੇਬਲ ਬੱਚੇ ਨੇ। ਮੈਂ ਪਹਿਲਾਂ ਵੀ ਤੁਹਾਨੂੰ ਯਾਦ ਹੋਏਗਾ, ਸ਼ਾਇਦ ਮੈਂ ਇਸ ਹੀ ਪ੍ਰੋਗਰਾਮ 'ਚ ਕਿਹਾ ਸੀ, ਤੁਸੀਂ ਕੈਟਾਲੋਗਿੰਗ ਕਦੇ ਕੀਤੀ ਨਹੀਂ। ਤੁਸੀਂ ਇਹ ਨਹੀਂ ਕਿਹਾ ਵੀ ਕਿਸੇ ਪਿੰਡ ਦੇ ਵਿੱਚ 12,500 ਪੰਜਾਬ ਦਾ ਪਿੰਡ ਹੈ, ਉਹ ਪਿੰਡਾਂ ਦੇ ਵਿੱਚ ਬਲਾਕ ਵਾਈਜ਼ ਦੇ ਉੱਤੇ ਤੁਸੀਂ ਬੱਚਿਆਂ ਦੀ ਲਿਸਟਾਂ ਨਹੀਂ ਬਣਾ ਪਾਏ। ਮਰਦਮਸ਼ੁਮਾਰੀ ਦੇ ਸੈਂਸਸ ਦੇ ਅੰਕੜੇ ਤੁਹਾਡੇ ਕੋਲ ਨੇ, ਪਿੰਡ 'ਚ ਕਿੰਨੇ ਕੁ ਨੌਜਵਾਨ ਨੇ, ਉਹਨਾਂ ਦਾ ਕੀ ਪ੍ਰੋਫਾਈਲ ਹੈ, ਇਹ ਪਤਾ ਹੋਣਾ ਚਾਹੀਦਾ। ਸਰਕਾਰ ਨੂੰ ਪਤਾ ਹੋਣਾ ਚਾਹੀਦਾ ਹੈ। ਮਹਿਕਮੇ ਹੈਗੇ ਨੇ ਜੀ, ਯੂਥ ਡਿਵੈਲਪਮੈਂਟ ਹੈਗਾ ਜੀ, ਸਪੋਰਟਸ ਦਾ ਮਹਿਕਮਾ ਹੈਗਾ, ਆਈ ਥਿੰਕ ਗੁਰਮੀਤ ਹੇਰ ਉਹਦੇ ਮੰਤਰੀ ਹੈਗੇ ਨੇ। ਸੋ ਇਹ ਮਹਿਕਮੇ ਦਾ ਕੀ ਕੰਮ ਹੈ, ਡਿਪਾਰਟਮੈਂਟਸ ਦਾ ਕੀ ਕੰਮ ਹੈ? ਹੁਣ ਇਹ ਚੀਜ਼ ਪੁਲਿਸ ਸਮਝਾਏਗੀ ਲੋਕਾਂ ਨੂੰ ਕਿ ਜੀ ਯੂਥ ਸਹੀ ਪਾਸੇ ਤੁਰਨ। ਇਹ ਤਾਂ ਸਰਕਾਰਾਂ ਨੇ ਕੰਮ ਜਿਹੜੇ ਕਰਨੇ ਸੀ ਉਹ ਕੀਤੇ ਨਹੀਂ, ਇਹਨਾਂ ਯੂਥ ਨੂੰ ਤੋਰਿਆ ਗਲਤ ਪਾਸੇ ਕਿਹਨੇ? ਆ ਜਿਹੜੇ ਗੈਂਗਸਟਰ 'ਚ ਬੈਠੇ ਨੇ ਲੰਡੇ ਹਰੀਕੇ ਵਰਗੇ, ਇਹਨਾਂ ਦਾ ਪਿਛੋਕੜ ਚੈੱਕ ਤਾਂ ਕਰੋ ਨਾ ਕਿ ਇਹ ਲੋਕ ਕਿਹਨਾਂ ਲਈ ਕੰਮ ਕਰਦੇ ਸੀ, ਕਿਹੜੇ ਕਿਹੜੇ ਲੀਡਰਾਂ ਨੇ ਇਹਨਾਂ ਦੇ ਨਾਲ ਖੜੇ ਜਾਂ ਇਹਨਾਂ ਦੇ ਅਗੇਂਸਟ ਖੜੇ। ਹਾਲਾਤ ਅਜਿਹੇ ਬਣੇ ਕਿ ਅੱਜ ਇਸ ਵਕਤ ਸਭ ਤੋਂ ਦਹਿਸ਼ਤ ਦਾ ਦੂਸਰਾ ਨਾਮ ਬਣ ਚੁੱਕਾ ਲੰਡਾ ਹਰੀਕੇ, ਵਿੱਚ ਵੀ ਵਰ ਨਾਟ ਐਕਸਪੈਕਟਿੰਗ। ਆਪਾਂ ਵੀ ਲਾਸਟ ਜਦੋਂ ਰਿਪੋਰਟ ਬਣਾਈ ਹੈ ਸਾਨੂੰ ਵੀ ਨਹੀਂ ਆਈਡੀਆ ਸੀ, ਅੰਦਾਜ਼ਾ ਇਹ ਸੀ ਵੀ ਲੰਡਾ ਹਰੀਕੇ ਮੰਨ ਲੇਗਾ। ਲੇਕਿਨ ਹੁਣ ਤਾਂ ਪੁਲਿਸ ਨੇ ਪੂਰਾ ਦਾ ਪੂਰਾ ਜਿਹੜਾ ਹਮਲਾ ਹੈ ਉਹ ਲੰਡੇ ਹਰੀਕੇ ਤੇ ਉਸਦੇ ਜਿਹੜੇ 6 ਗੈਂਗਸਟਰ ਫੜੇ ਨੇ ਉਹਨਾਂ ਦੇ ਉੱਤੇ ਪਾਇਆ ਵੀ ਹੈ, ਤੇ ਹੈ ਵੀ ਫੈਕਟ ਕਿ ਉਸੇ ਨੇ ਕਰਵਾਇਆ ਹੋਣਾ। ਹੋਰ ਤਰ੍ਹਾਂ ਦੇ ਵਿੱਚ ਰਾਕਟ ਲਾਂਚਰ ਕਿਹਨੇ ਚਲਵਾਣੇ ਸੀ? ਸੋ ਗੱਲਾਂ ਬਾਤਾਂ ਨੇ ਜੀ, ਯੁਵਾਵਾਂ ਨੂੰ ਗਿਆਨ ਜਿੰਨਾ ਮਰਜ਼ੀ ਦੇ ਦਿਓ, ਨੌਕਰੀਆਂ ਦਿਓ, ਤੁਸੀਂ ਚੰਗੇ ਰੋਜ਼ਗਾਰ ਦਿਓ, ਚੰਗੇ ਵਸੀਲੇ ਦਿਓ, ਤੇ ਸਭ ਕੁਝ ਆਪੇ ਹੋ ਜਾਣਾ। ਚੀਜ਼ਾਂ ਨੂੰ ਕਹਿਣ ਦੀ ਲੋੜ ਨਹੀਂ ਪੈਣੀ, ਕਿਉਂਕਿ ਆਪਾਂ ਗਰਾਊਂਡ ਤੇ ਡਿਲੀਵਰ ਨਹੀਂ ਕਰ ਪਾ ਰਹੇ। ਤਾਂ ਲਾਚਾਰ ਨੇ ਪੰਜਾਬ ਦੇ ਡੀਜੀਪੀ, ਹੋਰ ਕੀ ਕਰਨ ਜਦੋਂ ਆਪਣੇ ਯੁਵਾਵਾਂ ਨੂੰ ਇਸ ਤਰੀਕੇ ਦੇ ਨਾਲ ਦਹਿਸ਼ਤਗਰਦੀ ਦੀਆਂ ਵਾਰਦਾਤਾਂ ਦੇ ਨਾਲ ਐਡੇ ਸੌਖੇ ਤਰੀਕੇ ਨਾਲ। ਇਹ ਵੀ ਦੱਸਿਆ ਜਾ ਰਿਹਾ ਮੁੰਡੇ ਨੂੰ ਪਤਾ ਹੀ ਨਹੀਂ ਸੀ। ਉਹਨਾਂ ਦੀ ਜਦੋਂ ਬਰੀਫਿੰਗ ਹੋਈ, ਚੰਗੀ ਗੱਲ ਹੈ ਵੀ ਪੰਜਾਬ ਪੁਲਿਸ ਨੇ ਜ਼ਰੂਰ ਕਿਹਾ ਵੀ ਜਿੰਨੇ ਵੀ ਬੰਦੇ ਇਸ ਹਮਲੇ 'ਚ ਇਨਵੋਲਵ ਸੀ ਉਹਨਾਂ ਨਾਲ ਇੱਕ ਹਾਂ ਪੱਖੀ, ਇੱਕ ਪੋਜ਼ਿਟਿਵ ਅਪਰੋਚ ਦੇ ਨਾਲ ਪੰਜਾਬ ਪੁਲਿਸ ਤੇ ਡੀਜੀਪੀ ਨਜਿੱਠਣਗੇ। ਇਹ ਬੜੀ ਚੰਗੀ ਗੱਲ ਹੈ। ਅੱਜ ਤੋਂ ਕੁਝ ਮਹੀਨੇ ਪਹਿਲਾਂ ਮੈਨੂੰ ਯਾਦ ਹੈ ਕਿ ਐਸਐਸਪੀ ਨੇ ਬੜੀ ਸਖਤੀ ਨਾਲ ਕਿਹਾ ਸੀ ਵੀ ਜਿਹੜੇ ਪਨਾਹਾਂ ਠਹਿਰ ਦੇਣਗੇ ਗੈਂਗਸਟਰਾਂ ਨੂੰ, ਅਸੀਂ ਉਹਨਾਂ ਨੂੰ ਵੀ ਬਰਾਬਰ ਦੇ ਲੈਵਲ ਦੇ ਉੱਤੇ ਨੱਪ ਦਿਆਂਗੇ। ਲੇਕਿਨ ਅੱਜ ਡੀਜੀਪੀ ਪੰਜਾਬ ਨੇ ਇੱਕ ਚੰਗੀ ਗੱਲ ਜ਼ਰੂਰ ਕੀਤੀ ਹੈ ਕਿ ਯਾਰ ਇਹ ਜਿਹੜੇ ਲੋਕ ਨੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀ ਵੀ ਇਹਨਾਂ ਨੂੰ ਠਾਰ ਦੇਣੀ ਹੈ, ਇਹਨਾਂ ਨੂੰ ਇਹ ਨਹੀਂ ਪਤਾ ਵੀ ਜਿਹੜਾ ਸਮਾਨ ਚੱਕਣਾ ਉਹ ਹਥਿਆਰ ਹੈ, ਉਹ ਕਿਸ ਕੰਮ ਲਈ ਵਰਤੇ ਜਾਣਾ ਹੈ। ਬਾਅਦ ਦੇ ਵਿੱਚ ਉਹ ਦਹਿਸ਼ਤਗਰਦੀ ਹਮਲਾ ਬਣ ਜਾਂਦਾ ਹੈ। ਇਹ ਨਹੀਂ ਪਤਾ ਵੀ ਰਾਕਟ ਲਾਂਚਰ ਚਲਾਉਣਾ ਹੈ ਜਾਂ ਉੱਥੇ ਪਿਸਤੌਲ ਲੈਣ ਜਾਣਾ ਹੈ ਜਾਂ ਕੀ ਸਮਾਨ ਲੈਣ ਜਾਣਾ ਹੈ। ਸੋ ਉਹੋ ਜਿਹੇ ਲੋਕਾਂ ਦੇ ਪ੍ਰਤੀ ਇੱਕ ਚੰਗਾ ਹਾਂ ਪੱਖੀ ਰਵੱਈਆ ਹੋਏਗਾ।
ਉਹਨਾਂ ਨੂੰ ਉਹਨਾਂ ਕ੍ਰਿਮੀਨੈਲਿਟੀ ਦੇ ਨਾਲ ਨਹੀਂ ਵੇਖਿਆ ਜਾਏਗਾ। ਇਹ ਪੰਜਾਬ ਦੇ ਡੀਜੀਪੀ ਨੇ ਅੱਜ ਬਿਆਨ ਦਿੱਤਾ ਜਿਹੜਾ ਆਪਣੀ ਇਸ ਬਰੀਫਿੰਗ ਦੌਰਾਨ, ਤੇ ਮੈਂ ਇਸ ਨੂੰ ਵੈਲਕਮ ਕਰਦਾ। ਮੇਰੇ ਹਿਸਾਬ ਨਾਲ ਇਹ ਚੰਗੀ ਸੋਚ ਹੈ, ਚੰਗੀ ਅਪਰੋਚ ਹੈ। ਗ੍ਰੈਵਿਟੀ ਆਫ ਅਫੈਂਸ ਹੈ, ਜਿਹੜੇ ਅਸਲ ਬੈਠਾ ਯੂਰਪ ਦੇ ਵਿੱਚ ਤੇ ਕੈਨੇਡਾ ਦੇ ਵਿੱਚ ਲੰਡਾ ਹਰੀਕੇ ਤੇ ਸੱਤਾ ਨੌਸ਼ਹਿਰਾ, ਉਹਨਾਂ ਨੂੰ ਫੜਨ ਤੇ ਉਹਨਾਂ ਦੀ ਗਤੀਵਿਧੀਆਂ ਤੇ ਜ਼ੋਰ ਕਰੀਏ। ਆਪ ਤਾਂ ਵਿਚਾਰੇ ਕੈਨਨ ਫੋਡਰ ਨੇ, ਆਪਾਂ ਪਹਿਲਾਂ ਵੀ ਸ਼ਬਦ ਵਰਤਿਆ, ਕੈਨਨ ਫੋਡਰ ਨੇ। ਪੰਜਾਬ ਦੇ ਯੁਵਾਵਾਂ ਨੂੰ, ਨੌਜਵਾਨਾਂ ਨੂੰ ਵਰਤ ਰਹੇ ਨੇ ਗੈਂਗਸਟਰ, ਉਹਨਾਂ ਨੂੰ ਧਕੇਲ ਰਹੇ ਨੇ ਇਸ ਦਲਦਲ ਦੇ ਵਿੱਚ ਜਿੱਥੋਂ ਕਿ ਨਿਕਲਣ ਦਾ ਰਾਹ ਨਹੀਂ ਹੈ। ਤੇ ਜੇ ਪੁਲਿਸ ਹੋਰ ਜ਼ਿਆਦਾ ਸਖਤੀ ਸਰਕਾਰਾਂ ਕਰਦੀਆਂ ਨੇ ਤਾਂ ਫਿਰ ਉਹ ਅੱਗੇ ਗਾਂ ਜਿਹੜੀ ਖਾਈ ਹੈ ਹੋਰ ਵੱਧਦੀ ਜਾਂਦੀ ਹੈ, ਪਾੜ ਵੱਧਦਾ ਜਾਂਦਾ ਹੈ, ਕਮਿਊਨੀਕੇਸ਼ਨ ਗੈਪ, ਉਸ ਨੂੰ ਭਰਨ ਦੀ ਲੋੜ ਹੈ। ਚੰਗੀ ਗੱਲ ਹੈ ਵੀ ਸਰਕਾਰਾਂ ਨੂੰ ਤੇ ਸਾਡੇ ਮਹਿਕਮਿਆਂ ਨੂੰ ਇਸ ਚੀਜ਼ ਦੀ ਸਮਝ ਆ ਰਹੀ ਹੈ, ਲੇਕਿਨ ਇਹ ਜ਼ਮੀਨ ਉੱਤੇ ਗੱਲਾਂ ਬਾਤਾਂ ਕਰਨ ਵੀ ਸਿਰਫ ਗੱਲਾਂ ਬਾਤਾਂ ਦੇ ਵਿੱਚ ਹੀ ਨਾ ਸਾਰ ਦੇਣ। ਵਾਕਈ ਤੁਸੀਂ ਯੂਥ ਨੂੰ ਆਪਣੇ ਵਿਨ ਓਵਰ ਕਰਨ ਦੀ ਕੋਸ਼ਿਸ਼ ਕਰੋ ਜੀ, ਆਪਣੇ ਪਾਸੇ ਕਰਨ ਦੀ ਕੋਸ਼ਿਸ਼ ਕਰੋ। ਜਿਸ ਤਰ੍ਹਾਂ ਤੁਸੀਂ ਕਿਹਾ ਵੀ ਇਹ ਹਜੇ ਤੱਕ ਗੱਲਾਂ ਬਾਤਾਂ ਨਾਲ ਸਾਰ ਰਹੇ ਨੇ, ਚਾਹੇ ਸਰਕਾਰ ਹੋਵੇ ਜਾਂ ਉਹਦੇ ਇੰਸਟੀਟਿਊਸ਼ਨਸ ਹੋਣ, ਪੰਜਾਬ ਪੁਲਿਸ ਵਰਗੇ, ਤਾਂ ਤੁਹਾਨੂੰ ਲੱਗਦਾ ਵੀ ਹੁਣ ਲੋਕਾਂ ਦੇ ਉੱਤੇ ਹੀ ਟਾਈਮ ਆ ਗਿਆ ਵੀ ਲੋਕ ਆਪ ਹੀ ਇਸ ਚੀਜ਼ ਦੇ ਉੱਤੇ ਸੋਚ ਵਿਚਾਰ ਕਰਨ, ਪਿੰਡਾਂ 'ਚ ਕੁਝ ਇਹੋ ਜਿਹੇ ਉਪਰਾਲੇ ਕਰਨ ਜਿਸ ਨਾਲ ਇਹ ਚੀਜ਼ ਦੇ ਉੱਤੇ ਠੱਲ ਪਾਈ ਜਾਵੇ, ਨੱਥ ਪਾਈ ਜਾ ਸਕੇ? ਨਸ਼ਿਆਂ ਨੂੰ ਲੈ ਕੇ ਵੀ ਠਿਕਰੀ ਪੈਰੇ ਲੱਗਦੇ ਰਹੇ ਨੇ, ਹੁਣ ਲਾਉਂਦੇ ਵੀ ਨੇ ਕਈ ਪਿੰਡਾਂ ਦੇ ਅੰਦਰ, ਤਾਂ ਕਿ ਨਸ਼ਾ ਪਿੰਡਾਂ 'ਚ ਵਿਕਣਾ ਬੰਦ ਹੋਵੇ। ਪਰ ਜਿਹੜੀ ਬੈਨ ਲਾਇਆ ਕਿਸ ਗੰਨਾਂ ਵਾਲੇ ਗਾਣਿਆਂ ਤੇ ਹੋਰ ਚੀਜ਼ਾਂ ਦੇ ਉੱਤੇ ਵੀ ਇੱਕ ਮੈਸਮਰਾਈਜੇਸ਼ਨ ਹੁੰਦੀ ਹੈ ਆਊਟਲਾ ਵਾਲੇ ਬੰਦਿਆਂ ਦੇ ਵੱਲ ਨੂੰ, ਤਾਂ ਉਹਦੇ ਉੱਤੇ ਵੀ ਤੁਹਾਨੂੰ ਲੱਗਦਾ ਵੀ ਇਹ ਚੀਜ਼ਾਂ ਅਸਰਦਾਰ ਹੋਣਗੇ ਕਿ ਹੁਣ ਲੋਕਾਂ ਨੂੰ ਆਪ ਹੀ ਕਰਨਾ ਪਊਗਾ ਸਭ ਕੁਝ? ਨਹੀਂ ਦੇਖੋ, ਕੰਮ ਤਾਂ ਸਰਕਾਰਾਂ ਦੇ ਸੀ, ਅੱਜ ਵਿਚਾਰੇ ਡੀਜੀਪੀ ਨੂੰ ਵੀ ਕਹਿਣਾ ਪੈ ਰਿਹਾ। ਡੀਜੀਪੀ ਦਾ ਕੰਮ ਨਹੀਂ ਹੈ ਯੁਵਾਵਾਂ ਨੂੰ ਸਹੀ ਰਾਹ ਤੇ ਪਾਣਾ, ਇਹ ਪੰਜਾਬ ਦੇ ਪੁਲਿਸ ਮੁਖੀ ਦਾ ਕੰਮ ਨਹੀਂ। ਪੁਲਿਸ ਮੁਖੀ ਦਾ ਕੰਮ ਕੁਝ ਹੋਰ ਹੈ, ਲੇਕਿਨ ਉਹਨਾਂ ਦੇ ਸਾਹਮਣੇ ਇੱਕ ਅਜਿਹੀ ਸਥਿਤੀ ਹੈ ਜਿਸ ਵਿੱਚ ਕਿ ਉਹਨਾਂ ਨੂੰ ਹੋਰ ਕੁਝ ਨਹੀਂ। ਇਹ ਅੱਜ ਤੋਂ ਤਕਰੀਬਨ ਤੁਹਾਨੂੰ ਯਾਦ ਹੈ 4-5 ਸਾਲ ਪਹਿਲਾਂ ਜਦੋਂ ਸ਼ਾਇਦ 8 ਸਾਲ ਸੀਗੇ, ਹਾਂ 4-5 ਸਾਲ ਹੋਣਗੇ, ਜਦੋਂ ਸੁਰੇਸ਼ ਅਰੋੜਾ ਡੀਜੀ ਸੀ, ਤੁਸੀਂ ਵੀ ਉਸ ਵਕਤ ਪੱਤਰਕਾਰੀ ਕਰਦੇ ਰਹੇ ਹੋਵੋਗੇ, ਜਦੋਂ ਵਿੱਕੀ ਗੌਂਡਰ ਦਾ ਐਨਕਾਊਂਟਰ ਹੁੰਦਾ ਹੈ, ਉਸ ਵਕਤ ਇਹ ਸੇਮ ਅਪੀਲ ਪੰਜਾਬ ਦੇ ਇੱਕ ਜਿਹੜੇ ਹੋਰ ਡੀਜੀਪੀ ਸੀ ਅਰੋੜਾ ਸਾਹਿਬ, ਸੁਰੇਸ਼ ਅਰੋੜਾ, ਉਹਨਾਂ ਨੇ ਕਿਹਾ ਸੀ ਵੀ ਜਿਹੜੇ ਗੈਂਗਸਟਰਾਂ ਨੂੰ ਮੇਰੀ ਅਪੀਲ ਹੈ ਕਿ ਜਿਹੜੀ ਸਟੇਟ ਹੁੰਦੀ ਹੈ, ਸਟੇਟ ਦੀ ਕਦੇ ਉਮਰ ਨਹੀਂ ਵੱਧਦੀ ਹੁੰਦੀ। ਉਹਨਾਂ ਨੇ ਦੱਸਿਆ, ਇੱਕ ਉਦਾਹਰਣ ਦਿੱਤਾ ਕਿ ਮੈਂ ਕਿਸੇ ਗੈਂਗਸਟਰ ਦੇ ਘਰੇ ਗਿਆ, ਮੈਂ ਕਿਹਾ ਵੀ ਅੱਜ ਤੇਰੀ ਉਮਰ ਜੇ 20 ਸਾਲ ਦੀ ਹੈ ਤਾਂ ਤੈਨੂੰ 10 ਸਾਲਾਂ ਬਾਅਦ ਜਾਂ 15 ਸਾਲਾਂ ਬਾਅਦ ਜਾਂ 20 ਸਾਲਾਂ ਬਾਅਦ ਤੇਰੀ ਉਮਰ ਵੱਧਦੀ ਜਾਣੀ ਹੈ, ਤੇਰੇ ਲਈ ਤੇਰੀ ਕੈਪੈਸਿਟੀ ਘੱਟ ਨਹੀਂ ਹੈ, ਲੇਕਿਨ ਮੇਰੀ ਥਾਂ ਤੇ ਅਫਸਰ ਜਿਹੜਾ ਹੈਗਾ ਉਹ ਜਿਹੇ ਕੋਈ ਨੌਜਵਾਨ ਅਫਸਰ ਹੋਏਗਾ। ਸੋ ਸਟੇਟ ਦੀ ਉਮਰ ਕਦੇ ਨਹੀਂ ਵੱਧਦੀ, ਗੈਂਗਸਟਰ ਦੀ ਉਮਰ ਵੱਧਦੀ ਹੈ। ਲੇਕਿਨ ਇਹ ਗਿਆਨ ਤਾਂ 4.5 ਸਾਲ ਪਹਿਲਾਂ ਸਾਬਕਾ ਡੀਜੀਪੀ ਵੰਡ ਰਹੇ ਸੀ, ਅੱਜ ਮੌਜੂਦਾ ਡੀਜੀਪੀ ਵੀ ਇਹੀ ਕਹਿ ਰਹੇ ਨੇ ਕਿ ਚਲੋ ਯੁਵਾਵਾਂ ਨੂੰ, ਲੇਕਿਨ ਇਹ ਕੰਮ ਸਰਕਾਰਾਂ ਦੇ ਨੇ। ਇਹ ਗਵਰਨਮੈਂਟ, ਸਾਡੀਆਂ ਸਕਸੈਸਿਵ ਗਵਰਨਮੈਂਟਸ, ਅਕਾਲੀ ਦਲ ਦੀਆਂ ਗਵਰਨਮੈਂਟਸ, ਕਾਂਗਰਸ ਦੀਆਂ ਸਰਕਾਰਾਂ ਜਿਨ੍ਹਾਂ ਨੇ ਇੰਨੇ ਸਾਲ ਪੰਜਾਬ 'ਚ ਰਾਜ ਕੀਤਾ, ਉਹ ਨੌਜਵਾਨਾਂ ਨੂੰ ਰੋਜ਼ਗਾਰ ਨਹੀਂ ਦੇ ਪਾਏ। ਉਲਟਾ ਨਸ਼ੇ ਦੀ ਇੱਕ ਅਲੱਗ ਜਿਹੜੀ ਇੱਕ ਪਨੌਤੀ ਹੈ ਉਹ ਸਾਡੇ ਸਿਰ ਪੈ ਗਈ। ਸੋ ਅਜਿਹੇ ਹਾਲਾਤਾਂ ਦੇ ਵਿੱਚ ਜਿੱਥੇ ਆਸ-ਪਾਸ ਨਸ਼ਾ ਵਿਕ ਰਿਹਾ ਹੋਵੇ, ਪੁਲਿਸ ਵਾਲੇ ਖੁਦ ਨਸ਼ਾ ਵਿਕਵਾ ਰਹੇ ਹੋਣ, ਇਹ ਚੈੱਕ ਤਾਂ ਕਰੋ ਨਾ ਵੀ ਕਿੰਨੇ ਕੇਸਿਸ ਦੇ ਵਿੱਚ ਆ ਜਿਹੜਾ ਲੱਡੇ ਹਰੀਕੇ ਦੀ ਅੱਜ ਗੱਲ ਕੀਤੀ ਜਾ ਰਹੀ ਹੈ, ਜਿਹੜਾ ਐਡਾ ਵੱਡਾ ਗੈਂਗਸਟਰ ਬਣਿਆ। ਮੈਂ ਤਾਂ ਇਸ ਦੀ ਇੰਟਰਵਿਊ ਕੀਤੀ ਸੀ ਅੱਜ ਤੋਂ ਮਈ ਦੇ ਮਹੀਨੇ ਵਿੱਚ ਹੀ ਕੀਤੀ ਸੀ ਜਦੋਂ ਇਹਦਾ ਨਾਂ ਉੱਭਰਿਆ ਸੀ। ਸੋ ਇਹਨੇ ਕੁਝ ਅਫਸਰਾਂ ਦੇ ਨਾਂ ਲਏ ਸੀ ਉਸ ਵਕਤ। ਅੱਜ ਵੀ ਹੁਣ ਤੁਸੀਂ ਇਹ ਦੇਖੋ ਵੀ ਲੰਡੇ ਹਰੀਕੇ ਦੇ ਟਾਰਗੇਟ ਉੱਤੇ ਪੁਲਿਸ ਦੇ ਅਫਸਰ ਨੇ, ਉਸਦੇ ਟਾਰਗੇਟ ਉੱਤੇ ਥਾਣੇ ਕਿਉਂ ਨੇ? ਇਸ ਚੀਜ਼ ਨੂੰ ਬੇਸਿਕ ਲੈਵਲ ਤੇ ਸਮਝਣ ਦੀ ਕੋਸ਼ਿਸ਼ ਕਰੋ। ਡੀਜੀ ਸਾਹਿਬ ਨੇ ਬੜਾ ਕਲੀਅਰ ਗੱਲ ਕਰਤੀ ਜੀ, ਇਹਦੇ ਪਿੱਛੇ ਪਾਕਿਸਤਾਨ ਹੈ, ISI ਹੈ। ਬੜੀ ਸਿੰਪਲ ਜੀ ਗੱਲ ਕਰਕੇ ਗੱਲ ਨਿਬੜ ਗਈ ਵੀ ਠੀਕ ਹੈ, ਤੁਸੀਂ ਸਾਰੇ ਤੇ ਸਾਰਾ ਠੀਕ ਰਹਾ, ISI ਉੱਤੇ ਭੰਨ ਦਿਓ। ਲੇਕਿਨ ISI ਨੂੰ ਜਿਹੜੇ ਫੁੱਟ ਸੋਲਜਰ ਕਿੱਥੋਂ ਮਿਲਦੇ ਪਏ ਨੇ, ਜਿਹੜੇ ਦਹਿਸ਼ਤਗਰਦ ਹੈਗੇ ਨੇ, ਉਹਨਾਂ ਨੂੰ ਮੁੰਡੇ ਕਿੱਥੋਂ ਮਿਲਦੇ ਪਏ ਨੇ, ਉਹ ਤਾਂ ਆਪਾਂ ਉਸ ਚੀਜ਼ 'ਚ ਜਾਣ ਦੀ ਕਦੇ ਕੋਸ਼ਿਸ਼ ਹੀ ਨਹੀਂ ਕੀਤੀ। ਸਾਨੂੰ ਇਹ ਕਹਿਣਾ ਨੇ ਅਕ੍ਰੋਸ ਦਾ ਬਾਰਡਰ ਜਿਹੜੇ ਰਾਕਟ ਲਾਂਚਰ ਚਲਾਉਣ ਵਾਲੇ ਜਿਹੜੇ 2 ਮੁੰਡੇ, ਇਹ ਅਕ੍ਰੋਸ ਦਾ ਬਾਰਡਰ ਤੋਂ ਨਹੀਂ ਆਏ। ਹਾਂ, ਰਾਕਟ ਲਾਂਚਰ ਜ਼ਰੂਰ ਅਕ੍ਰੋਸ ਦਾ ਬਾਰਡਰ ਤੋਂ ਆਇਆ, ਲੇਕਿਨ ਮੁੰਡੇ ਤਾਂ ਇੱਥੋਂ ਦੇ ਸੀ ਨਾ। ਤੇ ਆ ਜਿਹੜੇ ਬਾਹਰ ਬੈਠੇ ਨੇ, ਇਹ ਕਿੱਥੋਂ ਦੇ ਬੰਦੇ ਸੀਗੇ? ਇਹਨਾਂ ਦੇ ਪਿਛੋਕੜ ਦੇ ਵਿੱਚ ਜਾ ਕੇ ਚੈੱਕ ਕਰੋ ਕਿ ਇਹਨਾਂ ਦੇ ਨਾਲ ਕੀ ਕੁਝ ਹੋਇਆ, ਇਹਨਾਂ ਦੇ ਕੀ ਹਾਲਾਤ ਸੀ। ਤਾਂ ਉਹ ਜਿਹੜੀਆਂ ਸਮੱਸਿਆਵਾਂ ਰਹੀਆਂ ਨੇ, ਉਹਨਾਂ ਦੇ ਨਾਲ ਜੋ ਕੁਝ ਹੋਇਆ, ਇਹ ਸਾਰੀ ਚੀਜ਼ਾਂ ਨੂੰ ਜਦ ਤੱਕ ਆਪਾਂ ਨਹੀਂ ਸਮਝਦੇ ਜਾਂ ਆਪਾਂ ਵਾਕਈ ਇਮਾਨਦਾਰੀ ਦੇ ਨਾਲ ਕੋਈ ਚੀਜ਼ ਦਾ ਹੱਲ ਨਹੀਂ ਕੱਢਣਾ ਚਾਹੁੰਦੇ, ਤਦ ਤੱਕ ਹੋਣਾ ਨਹੀਂ। ਬਾਕੀ ਠੀਕ ਹੈ, ਪੁਲਿਸ ਦੀ ਆਪਣੀ ਇੱਕ ਲਿਮਿਟਿਡ ਮੈਂਡੇਟ ਹੈ, ਵਿਚਾਰਿਆਂ ਨੇ ਆਪਣਾ ਕੰਮ ਕਰਨਾ ਹੈ। ਹਮਲੇ ਹੋ ਗਏ, ਉਹਨਾਂ ਨੇ ਧਰਪਕੜ ਕਰੀ ਜਾਣੀ ਹੈ, ਹੋਰ ਕੋਈ ਹਮਲਾ ਹੋਏਗਾ ਫਿਰ ਫੜ ਲੈਣਗੇ, ਉਹਨਾਂ ਦਾ ਤਾਂ ਚੱਲਦਾ ਹੀ ਰਹਿਣਾ ਹੈ ਸਿਸਟਮ। ਲੇਕਿਨ ਲਾਰਜਰ ਇਸ਼ੂ ਪੰਜਾਬ ਦੀ ਜਵਾਨੀ ਦਾ ਹੈ, ਪੰਜਾਬ ਦੇ ਯੂਥ ਦਾ ਹੈ। ਕਿਸ ਦਿਸ਼ਾ ਵੱਲੋਂ ਜਾ ਰਹੇ ਨੇ, ਕਿਸ ਦਸ਼ਾ ਦੇ ਵਿੱਚ ਉਹ ਹੈਗੇ ਨੇ। ਜੇ ਇਹ ਦਹਿਸ਼ਤਗਰਦੀ ਦੀਆਂ ਵਾਰਦਾਤਾਂ ਦੇ ਵਿੱਚ ਜਾਣੇ ਅਣਜਾਣੇ ਦੇ ਵਿੱਚ ਉਹ ਪਾਰਟਿਸਿਪੇਟ ਕਰ ਰਹੇ ਨੇ, ਉਸਦੇ ਅਸਲ ਕਾਰਨਾਂ ਨੂੰ ਲੱਭ ਕੇ ਉਸ ਨੂੰ ਸਮਝਣ ਦੀ, ਉਸ ਦਾ ਹੱਲ ਕੱਢਣ ਦੀ ਲੋੜ ਹੈ। ਤੇ ਉਹ ਹੋ ਨਹੀਂ ਰਿਹਾ, ਉਹ ਬਸ ਗੱਲਾਂ ਬਾਤਾਂ ਨੇ, ਇਸ਼ਤਿਹਾਰਬਾਜ਼ੀ ਤੱਕ ਸਰਕਾਰਾਂ ਦੇ ਕੰਮ ਸੀਮਿਤ ਨੇ। ਪੁਰਾਣੀਆਂ ਸਰਕਾਰਾਂ ਨੇ ਕੁਝ ਨਹੀਂ ਕੀਤਾ, ਮੌਜੂਦਾ ਦਾ ਵੀ ਹਾਲ ਕੁਝ ਪੰਜਾਬ ਦੇ ਲੋਕਾਂ ਨੂੰ ਹੋਰ ਵੀ ਬਦਲਾਅ ਵਾਸਤੇ ਵੇਟ ਕਰਨਾ ਪੈਣਾ ਜਾਂ ਹੋਰ ਕੋਈ ਆਲਟਰਨੇਟਿਵ ਵਾਸਤੇ ਰੁਖ ਕਰਨਾ ਪੈਣਾ ਹੈਗਾ? ਹਾਂਜੀ, ਠੀਕ ਤੁਸੀਂ ਗੱਲ ਕੀਤੀ। ਪਹਿਲਾਂ ਵੀ ਤੁਸੀਂ ਇੱਕ ਕਈ ਗੱਲ ਸੀ ਵੀ ਲੋਕ ਆਪਣੇ ਤੇ ਹੀ ਦੇਖੋ, ਲੋਕ ਤਾਂ ਆਪਣੇ ਤੇ ਹੀ ਨਿਰਭਰ ਨੇ। ਹੁਣ ਪੰਜਾਬ ਦੇ ਵਿੱਚ ਕਿੰਨੀ ਕੁ ਨੌਕਰੀਆਂ ਬਚੀਆਂ ਨੇ, ਸਵੈ ਰੋਜ਼ਗਾਰ ਪੰਜਾਬ ਦੇ ਵਿੱਚ ਜਿਹੜਾ ਬਿਜ਼ਨਸ ਕਰ ਰਿਹਾ, ਵਪਾਰ ਕਰ ਰਿਹਾ, ਅੱਜ ਉਹ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦਾ। ਤੁਸੀਂ ਦੇਖੋ ਵੀ ਅਜਿਹਾ ਮਾਹੌਲ ਜਿਹੜਾ ਹੈ ਸਾਡੇ ਲਈ ਸਭ ਤੋਂ ਜ਼ਿਆਦਾ ਗਲਤ ਹੈ।
ਇਹ ਮਾਹੌਲ ਨਹੀਂ ਹੋਣਾ ਚਾਹੀਦਾ। ਪੰਜਾਬ ਦੇ ਵਿੱਚ ਇਹ ਅਸੁਰੱਖਿਆ ਦਾ ਮਾਹੌਲ ਹੋਵੇ। ਕਾਰੋਬਾਰੀਆਂ ਦੇ ਨਾਲ ਹੀ ਪੰਜਾਬ ਨੇ ਅੱਗੇ ਤੁਰਨਾ ਹੈ। ਇਹ ਕਾਰੋਬਾਰ ਜਦ ਤੱਕ ਬਿਜ਼ਨਸ ਦਾ ਇੱਕ ਪੂਰਾ ਦਾ ਪੂਰਾ ਇੱਕ ਇੰਜਨ ਅੱਗੇ ਨਹੀਂ ਤੁਰੇਗਾ। ਕੱਲੀ ਖੇਤੀਬਾੜੀ ਤੁਸੀਂ ਸੋਚ ਰਹੇ ਹੋ ਵੀ ਖੇਤੀਬਾੜੀ ਨੇ ਤੁਹਾਨੂੰ ਬਚਾ ਲੈਣਾ, ਭੁੱਲ ਜਾਓ ਤੁਸੀਂ। ਖੇਤੀਬਾੜੀ ਇੱਕ ਸਾਡਾ ਮੁੱਢ ਹੈ, ਸਾਡਾ ਇੱਕ ਬੇਸ ਹੈ, ਲੇਕਿਨ ਅਸਲ ਦੇ ਵਿੱਚ ਜਿਹੜਾ ਟ੍ਰੇਡ, ਵਪਾਰ, ਤਜਾਰਤ ਦਾ ਇੱਕ ਜਿਹੜਾ ਮਾਹੌਲ ਹੈ, ਬਿਜ਼ਨਸ ਦਾ, ਐਂਟਰਪ੍ਰੀਨਿਓਰਸ਼ਿਪ ਦਾ, ਉਦਮ ਦਾ, ਹੁਣ ਤੁਹਾਡੇ ਵਰਗਾ ਕੋਈ ਬੰਦਾ ਜਾਂ ਮੇਰੇ ਵਰਗਾ ਕੋਈ ਬੰਦਾ ਅੱਜ ਆਪਣੀ ਕੋਈ ਛੋਟਾ ਮੋਟਾ ਕਾਰੋਬਾਰ ਖੜਾ ਕਰਦਾ, ਉਹ ਕਾਮਯਾਬ ਹੋ ਜਾਂਦਾ, ਉਹਨੂੰ ਫਰੌਤੀ ਦੀਆਂ, ਰੰਗਦਾਰੀ ਦੀਆਂ ਕਾਲਾਂ ਆ ਰਹੀਆਂ ਨੇ, ਉਹ ਜੇ ਮਾਹੌਲ, ਅੱਛਾ ਗਨਮੈਨ ਜੀ ਨੂੰ ਮਿਲ ਜਾਂਦਾ ਹੈ, ਉਹਦਾ ਹਾਲ ਤੁਸੀਂ ਦੇਖ ਹੀ ਲਿਆ, ਟਿੰਮੀ ਚਾਵਲਾ ਦੇ ਨਾਲ ਕੀ ਹੋਇਆ। ਉਸ ਤੋਂ ਪਹਿਲਾਂ ਤਰਨਤਾਰਨ ਦਾ ਕੱਪੜਾ ਵਪਾਰੀ ਸੀ ਗੁਰਜੰਟ ਦੇ ਨਾਲ ਕੀ ਹੋਇਆ। ਹੁਣ ਸਾਰੇ ਦੇ ਸਾਰੇ ਜਿਹੜੇ ਲੋਕ ਮਾਰੇ, ਇਸ ਤੋਂ ਵੀ ਬਾਅਦ ਵੀ ਕਈ ਲੋਕ ਮਾਰੇ ਜਾ ਰਹੇ ਨੇ। ਅੱਜ ਵੀ ਧਮਕੀਆਂ, ਫਰੌਤੀਆਂ, ਰੰਗਦਾਰੀਆਂ ਦੀ ਕੋਈ ਲਿਮਿਟ ਹੀ ਨਹੀਂ ਹੈਗੀ ਕਿੰਨੀ ਮੰਗੀਆਂ ਜਾ ਰਹੀਆਂ ਨੇ, ਤੇ ਇਹੀ ਗੈਂਗਸਟਰ ਮੰਗ ਰਹੇ ਨੇ ਬੈਠੇ। ਸੋ ਪੁਲਿਸ ਉਹਨਾਂ ਦੀ ਸੁਰੱਖਿਆ ਨਹੀਂ ਕਰ ਪਾ ਰਹੀ। ਸੋ ਇਸ ਹਾਲਾਤ ਦੇ ਵਿੱਚ ਰੋਜ਼ਗਾਰ ਇੱਥੇ ਨਹੀਂ ਸੀ ਤੇ ਕਾਰੋਬਾਰ ਇੱਥੇ ਨਾ ਰਹੇ। ਇਹ ਕੋਸ਼ਿਸ਼ਾਂ ਤੇ ਇਹ ਮਨਸੂਬੇ ਅਸਲ ਦੇ ਵਿੱਚ ਸਾਡੇ ਲਈ ਚੁਣੌਤੀ ਪੇਸ਼ ਕਰਦੇ ਨੇ, ਤੇ ਸਮੱਸਿਆਵਾਂ ਅੰਦਰ ਹੀ ਨੇ। ਸਾਡੀ ਜਿਹੜੀ ਬਿਮਾਰੀਆਂ ਨੇ ਨਾ, ਆਪਣੇ ਅੰਦਰੋਂ ਨਿਕਲੀਆਂ ਹੋਈਆਂ ਨੇ। ਇਹਨੂੰ ਬਾਹਰ ਕਿਸੇ ਉੱਤੇ ਪਾ ਕੇ, ਠੀਕ ਹੈ ਪਾਕਿਸਤਾਨ ਜਾਂ ISI ਨੇ ਜੇ ਕੁਝ ਕਰਨਾ ਹੈ, ਜਾਂ ਉਹਨਾਂ ਦੀ ਏਜੰਸੀਆਂ ਦਾ ਕੰਮ ਹੈ, ਉਹ ਕਰ ਰਹੇ ਹੋ ਸਕਦੇ ਨੇ, ਲੇਕਿਨ ਜਦ ਤੱਕ ਸਾਡੇ ਆਪਣੇ ਨੌਜਵਾਨ ਉਸ ਕੰਮਾਂ ਲਈ ਤਿਆਰ ਨਹੀਂ ਹੁੰਦੇ, ਤਦ ਤੱਕ ਉਹ ਵੀ ਇਹਨਾਂ ਤੋਂ ਕਿਵੇਂ ਕਰਵਾ ਲੈਣਗੇ। ਤੇ ਇਹ ਸਾਰੀ ਚੀਜ਼ਾਂ ਵੱਡੀ ਚਰਚਾ ਮੰਗਦੀਆਂ ਨੇ। ਵਿਚਾਰੇ DGP ਸਾਹਿਬ ਨੂੰ ਸਵਾਲ ਜਵਾਬ ਐਡਰੈਸ ਕਰਨੇ ਪੈ ਰਹੇ ਨੇ, ਬਹੁਤ ਅਨਫੋਰਚੂਨੇਟ ਹੈ। ਤੇ ਇਹੀ ਇਸ਼ੂ ਹੈ, ਜਿਨ੍ਹਾਂ ਨੂੰ ਇਹਨਾਂ ਬਾਰੇ ਗੱਲਾਂ ਕਰ ਰਹੀਆਂ ਹੋਣਾ ਚਾਹੀਦਾ ਨਾ, ਉਹਨਾਂ ਦਾ ਧਿਆਨ ਇਹਨਾਂ ਪਾਸੇ ਹੈ ਨਹੀਂ। ਤੇ ਜੇ ਛੇਤੀ ਧਿਆਨ ਆਵੇ ਤਾਂ ਪਾਸ ਕਰੀ ਕੁਝ ਸੁਧਾਰ ਹੋਏ। ਜੀ ਬਹੁਤ ਬਹੁਤ ਧੰਨਵਾਦ ਰਿਤੇਸ਼ ਜੀ, ਸਾਰੇ ਮੁੱਦੇ ਉੱਤੇ ਚਾਨਣ ਪਾਉਣ